ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਟੁਡੇ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਜਿਵੇਂ ਮੈਂ ਤੁਹਾਨੂੰ ਲਾਸਟ ਵਿੱਚ ਪ੍ਰੋਮਿਸ ਕੀਤਾ ਸੀ ਕਿ ਆਪਾਂ ਅੱਜ ਇੱਕ ਥੋੜ੍ਹਾ ਜਿਹਾ MCQs ਦਾ ਸੈਸ਼ਨ ਲੈ ਕੇ ਆਵਾਂਗੇ, ਇਸ ਕਰਕੇ ਅੱਜ ਮੈਂ ਤੁਹਾਡੇ ਨਾਲ MCQs ਡਿਸਕਸ ਕਰਨ ਜਾ ਰਹੀ ਹਾਂ। ਦੇਖੋ, ਸਭ ਤੋਂ ਪਹਿਲਾਂ ਵੈਰੀ ਫਸਟ ਆਪਣਾ MCQs ਕੀ ਹੈ। ਲੈਂਗੁਏਜ ਇਜ਼ ਅ ਮੀਨਸ ਆਫ ਡੈਸ਼। ਲੈਂਗੁਏਜ ਕੀ ਹੈ? ਇੱਕ ਬਿਹੇਵੀਅਰ ਹੈ, ਇੱਕ ਪ੍ਰੋਸੈਸਿੰਗ ਹੈ, ਇੱਕ ਕਮਿਊਨੀਕੇਸ਼ਨ ਹੈ ਕਿ ਇੱਕ ਟਰਾਂਸਪੋਰਟੇਸ਼ਨ ਹੈ। ਦੇਖੋ, ਮੈਂ ਤੁਹਾਨੂੰ ਇੱਕ ਬੈਸਟ ਮੈਥਡ ਦੱਸਦੀ ਹਾਂ ਕਿ ਜਦੋਂ ਵੀ ਤੁਸੀਂ ਕੋਈ ਦੇ MCQs ਕਰਨਾ, ਆਪਾਂ ਕੋਸ਼ਿਸ਼ ਇਹ ਕਰਨੀ ਕਿ ਆਪਾਂ ਇੱਕ ਐਲੀਮੀਨੇਸ਼ਨ ਮੈਥਡ ਕੀ ਕਰੀਏ, ਯੂਜ਼ ਕਰੀਏ। ਐਲੀਮੀਨੇਸ਼ਨ ਮੈਥਡ ਦਾ ਮਤਲਬ ਕੀ ਹੁੰਦਾ ਕਿ ਉਹ ਵਾਲਾ ਮੈਥਡ ਯੂਜ਼ ਕਰੀਏ ਜਿਹਦੇ ਕਾਰਨ ਆਪਾਂ MCQs ਨੂੰ ਈਜ਼ੀਲੀ ਐਲੀਮੀਨੇਟ ਕਰ ਸਕੀਏ ਜਿਹੜੇ ਨਹੀਂ ਹੋਣਗੇ। ਅਗਰ ਆਪਾਂ ਨੂੰ ਐਲੀਮੀਨੇਸ਼ਨ ਮੈਥਡ ਸਮਝ ਆ ਗਿਆ ਤਾਂ ਆਪਾਂ ਆਟੋਮੈਟਿਕਲੀ ਆਪਣਾ ਸਾਰਾ ਵਰਕ ਸਹੀ ਹੋ ਸਕਦਾ। ਦੇਖੋ, ਫਸਟ ਕੁਐਸਚਨ ਕੀ ਹੈ ਕਿ ਲੈਂਗੁਏਜ ਕੀ ਹੈ? ਇੱਕ ਬਿਹੇਵੀਅਰ ਹੈ, ਇੱਕ ਪ੍ਰੋਸੈਸਿੰਗ, ਇੱਕ ਕਮਿਊਨੀਕੇਸ਼ਨ ਹੈ ਕਿ ਇੱਕ ਟਰਾਂਸਪੋਰਟੇਸ਼ਨ ਹੈ। ਦੇਖੋ, ਤੁਹਾਨੂੰ ਸਿੱਧਾ ਹੀ ਕੁਐਸਚਨ ਦਾ ਆਈ ਥਿੰਕ ਆਨਸਰ ਮਿਲ ਰਿਹਾ ਕਿ ਲੈਂਗੁਏਜ ਕੀ ਇੱਕ ਕਮਿਊਨੀਕੇਸ਼ਨ ਹੈ ਕਿ ਜਿਹਦੇ ਕਾਰਨ ਤੁਸੀਂ ਆਪਣੀ ਇਨਫੋਰਮੇਸ਼ਨਸ ਨੂੰ ਦੂਸਰੇ ਪਰਸਨਸ ਨਾਲ ਕੀ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਲੈਂਗੁਏਜ ਕੀ ਇੱਕ ਕਮਿਊਨੀਕੇਸ਼ਨ ਹੈ ਜਿਹਦੇ ਕਾਰਨ ਤੁਸੀਂ ਈਜ਼ੀਲੀ ਆਪਣੀ ਇਨਫੋਰਮੇਸ਼ਨ ਨੂੰ ਦੂਸਰੇ ਨਾਲ ਕੀ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਠੀਕ ਹੈ, ਇਹਦਾ ਆਨਸਰ ਆਪਣਾ ਕੀ ਆਏਗਾ? ਕਮਿਊਨੀਕੇਸ਼ਨ। ਅਗਲਾ, ਲੈਂਗੁਏਜ ਇਸ ਕੀ ਹੈ? ਡਾਇਨਾਮਿਕ ਹੈ, ਸਟੈਟਸ ਹੈ, ਬੋਥ A ਐਂਡ B ਹੈ ਕਿ ਨਨ ਆਫ ਬੋਥ। ਦੇਖੋ, ਲੈਂਗੁਏਜ ਕੀ ਸਟੈਟਸ ਤਾਂ ਕਦੇ ਨਹੀਂ ਹੋ ਸਕਦੀ ਕਿ ਜਿਹਦੇ ਵਿੱਚ ਆਪਾਂ ਕਦੇ ਕੁਛ ਚੇਂਜ ਨਾ ਕਰ ਸਕੀਏ। ਲੈਂਗੁਏਜ ਸਟੈਟਸ ਤਾਂ ਕਦੇ ਨਹੀਂ ਹੋਏਗਾ। ਅਗਰ ਸਟੈਟਸ ਹੀ ਨਹੀਂ ਹੋਏਗੀ, ਦੇਖੋ ਆਪਣਾ B ਆਪਸ਼ਨ ਵੀ ਕੱਟ ਹੋ ਗਿਆ ਤਾਂ ਆਟੋਮੈਟਿਕਲੀ C ਆਪਸ਼ਨ ਵੀ ਕੀ ਹੋ ਗਿਆ? ਕੱਟ ਹੋ ਜਾਏਗਾ। ਸੋ ਇਹਦਾ ਆਨਸਰ ਆਪਣਾ ਕੀ ਆਏਗਾ ਕਿ ਲੈਂਗੁਏਜ ਕੀ ਇੱਕ ਡਾਇਨਾਮਿਕ ਹੈ। ਡਾਇਨਾਮਿਕ ਦਾ ਮਤਲਬ ਕਿ ਜਿਹਦੇ ਵਿੱਚ ਆਪਾਂ ਟਾਈਮ ਦੇ ਅਕੋਰਡਿੰਗ ਚੇਂਜਿਸ ਹੁੰਦੀਆਂ ਰਹਿੰਦੀਆਂ ਨੇ। ਸੋ ਇਹਦਾ ਆਨਸਰ ਕੀ ਆਏਗਾ? A। ਇਹਦਾ ਆਨਸਰ ਕੀ ਆਏਗਾ? A ਆਏਗਾ। ਠੀਕ ਹੈ, ਹੁਣ ਅਗਲਾ ਕੁਐਸਚਨ ਦੇਖੋ, ਇਹਦਾ ਆਨਸਰ ਕੀ ਆਏਗਾ? A। ਠੀਕ ਹੈ, ਉਸ ਤੋਂ ਬਾਅਦ ਅਗਲਾ ਦੇਖੋ, ਦ ਸਿਸਟਮ ਆਫ ਇੰਗਲਿਸ਼ ਲੈਂਗੁਏਜ ਕੰਪੈਰੀਜ਼ਨ ਡੈਸ਼ ਬੇਸਿਕ ਯੂਨਿਟਸ ਆਫ ਸਾਊਂਡ। ਜਦੋਂ ਆਪਾਂ ਆਈ ਥਿੰਕ ਪਹਿਲੀ ਕਲਾਸ ਕੀਤੀ ਸੀ, ਉਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿੰਨੇ ਕੌਨਸੋਨੈਂਟਸ ਹੈ, ਕਿੰਨੇ ਵੋਵਲਸ ਹੈ, ਅਤੇ ਟੋਟਲ ਆਪਣੇ ਅਗਰ ਤੁਸੀਂ ਜਿਨ੍ਹਾਂ ਨੇ ਵੀ ਕਲਾਸ ਨਹੀਂ ਦੇਖੀ ਤੁਸੀਂ ਜਾ ਕੇ ਦੇਖ ਸਕਦੇ ਹੋ। ਦੇਖੋ, ਇਹ ਟੋਟਲ ਕਿੰਨੇ ਹੈ? 44 ਹੈ, 45 ਹੈ, 46 ਹੈ ਕਿ 48 ਹੈ, ਅਤੇ ਇਹਦਾ ਆਨਸਰ ਕੀ ਆਏਗਾ? 44 ਹੈ। ਮਤਲਬ ਇਹਦਾ ਆਨਸਰ ਕੀ ਆਏਗਾ? A। ਠੀਕ ਹੈ, ਅਗਲਾ ਕੁਐਸਚਨ, ਲੈਂਗੁਏਜ ਇਜ਼ ਅ ਡੈਸ਼ ਬੇਸਿਕ ਸਬਜੈਕਟ। ਲੈਂਗੁਏਜ ਕੀ ਹੈ ਜਾਂ ਇੰਗਲਿਸ਼ ਕੀ ਹੈ? ਇੰਗਲਿਸ਼ ਇਜ਼ ਅ ਡੈਸ਼ ਬੇਸਿਕ ਸਬਜੈਕਟ। ਦੇਖੋ, ਨੌਲੇਜ ਹੈ, ਸਕਿੱਲ ਹੈ, ਇਨਫੋਰਮੇਸ਼ਨ ਹੈ ਕਿ ਨਨ ਆਫ ਦੀਸ। ਇੰਗਲਿਸ਼ ਇਜ਼ ਸਕਿੱਲ ਸਬਜੈਕਟ ਹੈ। ਸਕਿੱਲ ਦਾ ਮਤਲਬ ਆਰਟ ਹੈ ਜਿਹਨੂੰ ਆਪਾਂ ਸਿੱਖਦੇ ਹਾਂ। ਸੋ ਇਹਦਾ ਆਨਸਰ ਕੀ ਆਏਗਾ? C ਆਪਸ਼ਨ, ਸਕਿੱਲ। ਅਗਲਾ ਦੇਖੋ, ਸਪੀਕਿੰਗ ਐਂਡ ਰਾਈਟਿੰਗ ਆ ਡੈਸ਼ ਸਕਿੱਲ। ਅਗਰ ਤੁਹਾਨੂੰ ਯਾਦ ਹੋਏਗਾ, ਤੁਸੀਂ ਆਈ ਥਿੰਕ ਸੈਕਿੰਡ ਕਲਾਸ ਦੇ ਵਿੱਚ ਹੀ ਇਹ ਮੈਂ ਕਰਵਾਇਆ ਸੀਗਾ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੀ ਕੀ ਹੈ। ਦੇਖੋ, ਫਸਟ ਪੁਆਇੰਟ ਕੀ ਆਉਂਦੀ ਹੈ? ਲਿਸਨਿੰਗ। ਦੈਨ ਆਉਂਦੀ ਹੈ ਆਪਣੀ ਸਪੀਕਿੰਗ। ਦੈਨ ਆਉਂਦੀ ਹੈ ਆਪਣੀ ਰੀਡਿੰਗ। ਦੈਨ ਫੋਰਥ ਵਨ ਆਪਣੀ ਆਉਂਦੀ ਹੈ ਰਾਈਟਿੰਗ। ਜਿਹਦੇ ਤੋਂ ਲਿਸਨਿੰਗ ਅਤੇ ਰੀਡਿੰਗ ਆਪਣੀ ਕਿਹੜੀ ਸਕਿੱਲ ਸੀਗੀਆਂ? ਰਿਸੈਪਟਿਵ ਸਕਿੱਲ ਸੀਗੀਆਂ। ਅਤੇ ਔਰ ਸਪੀਕਿੰਗ ਅਤੇ ਰਾਈਟਿੰਗ ਆਪਣੀ ਇਹਨੂੰ ਆਪਾਂ ਪ੍ਰੋਡਕਟਿਵ ਸਕਿੱਲ ਵੀ ਬੇਸਿਕਲੀ ਕਹਿੰਦੇ ਹਾਂ, ਅਤੇ ਐਕਸਪ੍ਰੈਸਿਵ ਸਕਿੱਲ ਵੀ ਆਪਾਂ ਇਹਨੂੰ ਬੇਸਿਕਲੀ ਕਹਿ ਸਕਦੇ ਹਾਂ। ਹੁਣ ਦੇਖੋ, ਆਪਾਂ ਨੂੰ ਕੁਐਸਚਨ ਕੀ ਹੈ ਕਿ ਸਪੀਕਿੰਗ ਅਤੇ ਰਾਈਟਿੰਗ ਕਿਹੜੀਆਂ ਸਕਿੱਲਸ ਹੈ? ਤੁਹਾਨੂੰ ਸਾਹਮਣੇ ਆਨਸਰ ਦਿਖ ਰਿਹਾ। ਫਸਟ ਆਨਸਰ ਆਏਗਾ ਕੀ ਹੈ? ਪ੍ਰੋਡਕਟਿਵ ਸਕਿੱਲਸ ਹੈ। ਅਗਲਾ ਕੁਐਸਚਨ, ਬਾਇਲੈਂਗੁਅਲ। ਬਾਇਲੈਂਗੁਏਜ ਮੈਂ ਵੀ ਕਰਵਾਇਆ ਸੀਗਾ ਕਿ ਬਾਇਲੈਂਗੁਅਲ ਦਾ ਮਤਲਬ ਹੈ ਕਿ ਜਿਹਦੇ ਵਿੱਚ ਪਰਸਨ ਇੱਕ ਤੋਂ ਵੱਧ ਲੈਂਗੁਏਜ ਸਿੱਖ ਰਿਹਾ, ਮਤਲਬ 2 ਲੈਂਗੁਏਜਿਸ ਜਦੋਂ ਆਪਾਂ ਸਿੱਖ ਰਹੇ ਹਾਂ ਉਹਨੂੰ ਬਾਇਲੈਂਗੁਅਲ ਕਿਹਾ ਜਾਂਦਾ ਹੈ। ਸੋ ਇਹਦਾ ਆਨਸਰ ਕੀ ਆਏਗਾ? 2 ਲੈਂਗੁਏਜ। ਫੋਕਸ ਲਿਸਨਿੰਗ ਇਜ਼ ਅ ਡੈਸ਼ ਲਿਸਨਿੰਗ। ਦੇਖੋ, ਫੋਕਸ ਲਿਸਨਿੰਗ ਉਹਨਾਂ ਨੇ ਕਿਹਾ ਕਿ ਕਿਹੜੀ ਲਿਸਨਿੰਗ ਹੈ। ਅਗਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣਾ ਦੇਖੋ, ਇਹ 2 ਤਰੀਕੇ ਦੀ ਰੀਡਿੰਗ ਹੁੰਦੀ। ਇੱਕ ਹੁੰਦੀ ਹੈ ਐਕਸਟੈਂਸਿਵ ਰੀਡਿੰਗ, ਇੱਕ ਹੁੰਦੀ ਹੈ ਇੰਟੈਂਸਿਵ। ਐਕਸਟੈਂਸਿਵ ਰੀਡਿੰਗ ਉਹ ਵਾਲੀ ਰੀਡਿੰਗ ਹੁੰਦੀ ਕਿ ਜੋ ਤੁਸੀਂ ਆਪਣੀ ਐਂਟਰਟੇਨਮੈਂਟ ਕਰਨ ਦੇ ਲਈ ਆਪਾਂ ਪੜ੍ਹ ਰਹੇ ਹਾਂ। ਠੀਕ ਹੈ, ਅਤੇ ਆਪਣੀ ਇੰਟੈਂਸਿਵ ਰੀਡਿੰਗ ਉਹ ਵਾਲੀ ਰੀਡਿੰਗ ਹੋਏਗੀ ਜਿਹਦੇ ਵਿੱਚ ਆਪਾਂ ਕਿਸੇ ਚੀਜ਼ 'ਤੇ ਫੋਕਸ ਕਰਕੇ ਪ੍ਰੋਪਰ ਧਿਆਨ ਲਗਾ ਕੇ ਪੜ੍ਹ ਰਹੇ ਉਹਨੂੰ ਆਪਾਂ ਫੋਕਸ ਲਿਸਨਿੰਗ ਕਿਹਾ ਜਾਂਦਾ। ਸੋ ਇਹਦਾ ਆਨਸਰ ਕੀ ਆਏਗਾ? ਇੰਟੈਂਸਿਵ ਰੀਡਿੰਗ। ਫੋਨੋਲੋਜੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਦੋਂ ਸਭ ਤੋਂ ਪਹਿਲਾਂ ਮੈਂ ਫਸਟ ਕਲਾਸ ਕਲਾਈ ਸੀ, ਮੈਂ ਤੁਹਾਨੂੰ ਦੱਸਿਆ ਸੀ ਕਿ ਫੋਨੋਲੋਜੀ ਕਿਸ ਚੀਜ਼ ਦੀ ਸਟੱਡੀ ਹੈ। ਫੋਨੋਲੋਜੀ ਦਾ ਸਟੱਡੀ ਆਫ ਸਾਊਂਡ। ਫੋਨੋਲੋਜੀ ਦਾ ਸਟੱਡੀ ਆਫ ਸਾਊਂਡ। ਅਗਲਾ ਕੁਐਸਚਨ ਦੇਖੋ, ਉਸੀ ਫਸਟ ਕੁਐਸਚਨ ਉਹਨਾਂ ਨੇ ਘੁਮਾ ਕੇ ਫਿਰ ਪਤਾ ਕਿ ਇੰਟੈਂਸਿਵ ਸਟੱਡੀ ਕੀ ਹੈ। ਇੰਟੈਂਸਿਵ ਸਟੱਡੀ ਦਾ ਮੇਨ ਪਰਪਸ ਕੀ ਹੈ? ਲਿਟਰੇਰੀ ਏਮ ਹੈ, ਲੈਂਗੁਏਜ ਏਮ ਹੈ, ਸਪੀਕਿੰਗ ਏਮ ਹੈ ਕਿ ਲਰਨਿੰਗ। ਦੇਖੋ, ਨਾ ਤਾਂ ਆਪਣਾ ਬੇਸਿਕਲੀ ਦੇਖੋ ਨਾ ਤਾਂ ਇਹਦੇ ਵਿੱਚ ਆਪਣਾ ਸਪੀਕਿੰਗ ਆਪਸ਼ਨ ਏਮ ਹੋ ਸਕਦਾ ਹੈ, ਨਾ ਆਪਣਾ ਇਹਦੇ ਵਿੱਚ ਲਰਨਿੰਗ ਏਮ ਹੋ ਸਕਦਾ। ਇਹਦੇ ਵਿੱਚ ਆਪਣਾ ਆਨਸਰ ਕੀ ਆਏਗਾ? ਲਿਟਰੇਰੀ ਏਮ। ਕਿਹੜਾ ਏਮ ਹੈ? ਲਿਟਰੇਰੀ ਏਮ। ਅਗਲਾ ਦੇਖੋ ਕੁਐਸਚਨ, ਅਗਲਾ ਐਕਸਕੋਟਿਕ ਰਿਲੇਟਿਡ ਟੂ। ਇਹ ਕਿਸ ਚੀਜ਼ ਨਾਲ ਰਿਲੇਟਿਡ ਹੈ? ਸਾਊਂਡ ਦੇ ਨੇਚਰ ਦੇ ਨਾਲ, ਸਾਊਂਡ ਦੇ ਬਿਹੇਵੀਅਰ ਦੇ ਨਾਲ, ਸਪੀਡ ਆਫ ਸਾਊਂਡ ਕਿ ਨਨ ਆਫ ਦਿਸ। ਇਹਦਾ ਆਨਸਰ ਕੀ ਆਏਗਾ? ਬਿਹੇਵੀਅਰ ਆਫ ਸਾਊਂਡ। ਅਗਲਾ, ਕਰਸਿਵ ਸਕ੍ਰਿਪਟ ਇਜ਼ ਆਲਸੋ ਨੇਮਡ ਐਜ਼। ਬੇਟਾ ਉਹਨੇ ਕਿਹਾ ਕਿ ਇਹਦਾ ਨਾਮ ਦੂਸਰਾ ਕੀ ਹੈ? ਵਾਕਿੰਗ ਸਕ੍ਰਿਪਟ ਹੈ, ਰਨਿੰਗ ਸਕ੍ਰਿਪਟ ਹੈ, ਹਾਈਪਰ ਸਕ੍ਰਿਪਟ ਹੈ ਕਿ ਡਾਇਨਾਮਿਕ ਸਕ੍ਰਿਪਟ ਹੈ। ਇਹਦਾ ਕੀ ਆਏਗਾ ਆਨਸਰ? ਰਨਿੰਗ ਸਕ੍ਰਿਪਟ। ਅਗਲਾ ਕੁਐਸਚਨ, ਟੀਚਰ ਮਸਟ ਇੰਫਸਾਈਜ਼। ਜਿਹੜਾ ਟੀਚਰ ਹੈ ਬੇਟਾ ਉਹਨੇ ਸਭ ਤੋਂ ਜ਼ਿਆਦਾ ਧਿਆਨ ਕਿਸ ਚੀਜ਼ 'ਤੇ ਦੇਣਾ? ਹਰਜੋਨਟੀਕਲ ਰਾਈਟਿੰਗ 'ਤੇ, ਵਰਟੀਕਲ ਰਾਈਟਿੰਗ 'ਤੇ, ਸਲੈਂਟ ਰਾਈਟਿੰਗ 'ਤੇ ਕਿ ਡਾਇਗਨਲ ਰਾਈਟਿੰਗ 'ਤੇ। ਇਹਦਾ ਆਨਸਰ ਕੀ ਆਏਗਾ? ਜਿਹੜੀ ਟੀਚਰ ਹੈ ਬੇਟਾ ਸਭ ਤੋਂ ਜ਼ਿਆਦਾ ਉਹਨਾਂ ਨੇ ਜਿਹੜਾ ਧਿਆਨ ਕਿਸ ਚੀਜ਼ ਦੇ ਉੱਤੇ ਦੇਣਾ? ਵਰਟੀਕਲ ਰਾਈਟਿੰਗ 'ਤੇ। ਕਿਸ ਚੀਜ਼ 'ਤੇ ਦੇਣਾ? ਵਰਟੀਕਲ ਰਾਈਟਿੰਗ 'ਤੇ। ਅਗਲਾ ਕੁਐਸਚਨ,
एक्सटर्नली एडिड अनवॉन्टेड। देखो अनवॉन्टेड सिग्नल का मतलब की होंगे कि जिसके कारण आपको प्रॉब्लम हो रही कम्यूनीकेशन च गल। अनवॉन्टेड सिग्नल की होंगे शोर शराबा। तो नाम तो कुछ क्वेश्चन ऐदा के होंगे कि तुहानूं क्वेश्चन के विचों ही आंसर मिल जाता, बस तुहानूं चंगी तरह रीड करने की जरूरत है। देखो एक्सटर्नली एडिड अनवॉन्टेड सिग्नल का मतलब नॉइस की आएगा, नॉइस। इसका आंसर क्या आएगा? सी, नॉइस। देखो अगला क्वेश्चन की है बेटा, अगला क्वेश्चन अपने को आ रहा है कि प्रोसैस ऑफ इनकोडिंग इज परफॉर्मड डैश है। देखो एक होंदा वा अपना इनकोडिंग, एक होंदा अपना ਡੀਕੋਡਿੰਗ। ਜਦੋਂ ਮੈਂ ਤੁਹਾਨੂੰ ਜਿਵੇਂ ਕੋਈ ਮੈਸੇਜ, ਜਿਵੇਂ ਆਪਾਂ WhatsApp ਤੇ ਮੈਸੇਜ ਕਿਸੇ ਨੂੰ ਸੈਂਡ ਕਰਦੇ ਹਾਂ, ਜਦੋਂ ਆਪਾਂ ਕੋਈ ਮੈਸੇਜ ਸੈਂਡ ਕਰ ਰਹੇ ਹਾਂ ਉਹਦਾ ਮਤਲਬ ਹੁੰਦਾ ਇਨਕੋਡਿੰਗ। ਮੈਂ ਸੈਂਡ ਕੀਤਾ ਉਹ ਇਨਕੋਡਿੰਗ ਹੈ। ਜਦੋਂ ਮੈਸੇਜ ਤੁਹਾਡੇ ਕੋਲ ਪਹੁੰਚ ਗਿਆ ਫਿਰ ਤੁਸੀਂ ਉਹਨੂੰ ਪੜ੍ਹ ਕੇ ਮੈਨੂੰ ਵਾਪਸ ਜਵਾਬ ਦੇਵੋਗੇ, ਉਹ ਆਪਣਾ ਹੋਏਗਾ ਡੀਕੋਡਿੰਗ। ਹੁਣ ਕਿ ਇਨਕੋਡਿੰਗ ਦਾ ਮਤਲਬ ਅਗਰ ਮੈਂ ਮੈਸੇਜ ਸੈਂਡ ਕਰ ਰਹੀ ਹਾਂ ਇਟ ਮੀਨਸ ਮੈਂ ਕੀ ਹੋਊਂਗੀ? ਸੈਂਡਰ। ਸੋ ਇਹਦਾ ਆਂਸਰ ਕੀ ਆਏਗਾ? ਸੈਂਡਰ। ਕੀ ਆਏਗਾ? ਸੈਂਡਰ। ਅਗਲਾ क्वेश्चन देखो प्लेवे मैथड। देखो देखा जाए तो जो प्लेवे मैथड है बेटा सब तो इंपोर्टेंट मैथड, इन्हू किंडरगार्डन मैथड भी कहा जाता है, इन्हू फ्योबल ने दिता सीगा। ठीक है, प्लेवे मैथड बेसिकली किहदे लई हुंदा? बच्चों के लिए हुंदा। इहदा मेन पर्पस की है कि बच्चों के विच आपां एक्टिविटीज़ इंक्रीज़ करनियां, बच्चों नूं आपां अच्छा इंक्रीज मतलब बच्चों के विच आपां कह सकते कि क्रिएटिविटी की करनी है, क्रिएटिविटी लैके आनी। देखो ये की आ जाएगा प्लेवे मैथड। प्लेवे मैथड आप बेसिकली कह सकते हैं कि जो प्लेवे मैथड है वो किहड़ा मैथड है? एक्टिविटी मैथड है। किहड़ा मैथड है? एक्टिविटी मैथड। इसका आंसर की आएगा? एक्टिविटी मैथड। अगला क्वेश्चन कि विच वन इज़ ऑडियो विजुअल एड। देखो ऑडियो विजुअल एड तो नाम तो ही क्लीयर है कि किहड़ी एड ऐदा दी कि जिहदे विच तुसीं देख भी सकते हो तो बोल भी सकते हो। वाइट बोर्ड इसका आंसर होएगा नहीं, प्रोजैक्टर भी नहीं, OHP भी नहीं। इसका मेन आंसर की आएगा? ਇਹਦਾ आंसर ਕੀ आएगा? LCD। ਕਿਹੜਾ आंसर आएगा ਇਹਦਾ? LCD। अगला देखो हाउ मैनी स्टाइल ऑफ राइटिंग आर देयर। अगर तुहानूं याद होएगा मैं तुहानूं दस्सिया सी कि अपने किन्ने टाइप ऑफ राइटिंग स्टाइल होंदे हैं, 1 स्टाइल, 2 स्टाइल, 3। ਦਾ आंसर ਕੀ आएगा? 2 स्टाइल। ਕੀ आएगा? 2। विच वन इज़ प्रोडक्टिव स्किल। हुण देखो ਉਹੀ क्वेश्चन आ गया, उन्होंने ਆਪਾਂ ਨੂੰ रिपीट करके दे दिता। ਉਹਦੇ ਵਿੱਚ ਆਪਾਂ ਜਿਹੜਾ ਉੱਪਰ क्वेश्चन ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਪੁੱਛਿਆ ਸੀਗਾ ਕਿ स्पीकिंग ਤੇ राइटिंग ਆਪਣੀ ਕਿਹੜੀਆਂ स्किल्स है। ठीक है, आप आंसर दिता ਸੀ प्रोडक्टिव। उन्होंने ਹੁਣ ਇਹ ਪੁੱਛ ਲਿਆ कि अपनी प्रोडक्टिव स्किल्स ਕਿਹੜੀਆਂ ਨੇ। ਇਹਦਾ आंसर ਕੀ आएगा? बोथ अबव। स्पीकिंग भी अपनी प्रोडक्टिव स्किल है तो राइटिंग भी अपनी प्रोडक्टिव स्किल है। अगला क्वेश्चन पोइट्री मस्ट बी रीड इन। पोइट्री आप किद्दां रीड करांगे? इंटोनेशन दे नाल, सीक्वेंस नाल, रिथमैटिक दे नाल कि सिंपल। देखो पोइट्री जिहड़ी भी होगी ना आप राइमिंग दे नाल या राइमिंग स्कीम्स होंदियां ने जिहदे कारण आप किसी भी पोइट्री नूं की करना? अंडरस्टैंड करना। सो इसदा आंसर क्या आएगा? सी। राइटिंग लिसनिंग, राइट लिसनिंग लीड्स टू। देखो लिसनिंग तो बाद क्या है, मैं तुम्हें कहना तुम्हें ये सारा सीक्वेंस याद करना पड़ेगा। लिसनिंग, स्पीकिंग, रीडिंग एंड राइटिंग। सो लिसनिंग तो बाद की आंदा? स्पीकिंग। की आएगा? स्पीकिंग। सो इसदा आंसर क्या होएगा? ए। राइज एंड फॉल ऑफ पिच इज़ कॉल्ड। जो उन्हें कहा कि राइज एंड फॉल ऑफ पिच का मतलब कि कदे अपनी आवाज़ ऊपर जा रही है, कदे अपनी आवाज़ नीचे आ रही है। अगर आप उच्ची बोलेंगे उन्हें कहा कि राइज एंड फॉल ऑफ पिच इज़ कॉल्ड राइमिंग स्कीम, पिच, इंटोनेशन या क्लोज। आंसर क्या आएगा? सी, इंटोनेशन। अगला क्वेश्चन देखो डायरैक्ट मैथड ऑफ टीचिंग इंग्लिश इज सूटेबल। डायरैक्ट मैथड की है? देखो काफ़ी सारे मैथड्स होंगे ने टीचिंग करन दे। अर्ली स्टेज विच, मिडल, हायर, अबव। अर्ली स्टेज का मतलब कि जो बच्चा कोई 0 तो 5 साल तक दा, मिडल 0 तो 10, हायर 10 तो अबव। उन्हें कहा कि डायरैक्ट मैथड की है इंग्लिश में टीच कर कितने सूटेबल है? तो आंसर क्या आएगा? अर्ली स्टेज, ए। अगला क्वेश्चन लैंग्वेज इज आर्टिकुलेटेड सिस्टम ऑफ साइन, पार्ट, ऑर्गन्स थिंग। लैंग्वेज की है? साइन लैंग्वेज है। ठीक है, इसका आंसर क्या आएगा? ए। लैंग्वेज हेल्प इन डैश, गेटिंग नॉलेज, ट्रांसमिशन। देखो ये आंसर दोनों आएगा, बोथ ए एंड बी। कि लैंग्वेज का मतलब नॉलेज लैना भी है तो ट्रांसमिशन ऑफ कल्चर कि आप लैंग्वेज नाल अपने कल्चर में एक दूसरे नाल ट्रांसफर भी कर सकते हैं। अगला लैंग्वेज इज इनफिनिटिवली मोडिफिकेबल भी है, एक्सटेंडेबल भी है। आंसर क्या आएगा? सी, बोथ ए एंड बी। आप कह सकते हैं कि जी लैंग्वेज है मोडिफिकेबल भी है, एक्सटेंडेबल भी है। अगला क्वेश्चन लैंग्वेज लर्निंग। हम देखो पहला ही आ गया फर्स्ट क्वेश्चन की सीगा कि इंग्लिश लैंग्वेज डैश स्किल आप क्या सी स्किल सबजैक्ट है ना। हूँ ये उन्होंने फिर वही क्वेश्चन पूछ लिया कि इंग्लिश लैंग्वेज लर्निंग की एक स्किल सबजैक्ट है। आंसर क्या आएगा? ए। IPA स्टैंड फॉर कई बार आपको फुल फॉर्म्स पूछ लेंगे ने। IPA की फुल फॉर्म की इंटरनेशनल फोटोनिक एसोसीएशन। सिमैटिक ग्रुप्स मीनस की है ये भी मैं थोड़ा वेरी फर्स्ट क्लास कराई सी। फ्रेज है, वर्ड है, मीनिंग है कि इडियम्स है। मीनिंग जो आप किसी अपने को ग्रुप ऑफ वर्ड्स से अगर अपन उन्होंने मीनिंग बारे पता चलता तो आंसर क्या आएगा? मीनिंग। सी विच स्किल इज़ नोन एज अ प्राइमरी स्किल। सब तो पहली स्किल केड़ी है? लिसनिंग। सब तो पहली स्किल केड़ी? लिसनिंग। तो आंसर क्या आएगा? बी। CLT दी स्टैंड फॉर कॉमन लैंग्वेज टीचिंग अप्रोच है, कॉमन लिटरेचर टीचिंग अप्रोच है, कॉमन लर्नर टीचिंग अप्रोच है कि नन ऑफ अबव। इसका आंसर क्या आएगा? कॉमन लैंग्वेज टीचिंग अप्रोच। ये आप थोड़े जे कुछ MCQs किए थे, 30 MCQs है। आई होप तुहानूं पसंद आए होंगे। मैं थोड़े को अगला सैशन एक और 30 MCQs ही लैके आवांगी।